ਅਣਹੁੰਦਾ ਆਪ ਵੰਡਾਏ। ਅਣਹੁੰਦਾ ਕੋਈ ਚੀਜ਼ ਪਈ ਹੈ, ਤੁਸੀਂ ਕਿਸੇ ਕੋਲ ਜਾ ਕੇ ਮੰਗ ਲਓ। ਅੱਜ ਦਾ ਜਿਹੜਾ ਸਮਾਂ ਹੈ ਨਾ, ਸਮਾਂ ਵਾਹਿਗੁਰੂ ਜੀ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਨਾ ਹੀ ਬੋਲਾਂ ਤੇ ਠੀਕ ਹੈ, ਕਿਉਂਕਿ ਜਦੋਂ ਬੋਲਦਾ ਤੇ ਕਈ ਵਾਰੀ ਬੰਦੇ ਗੁੱਸਾ ਕਰਦੇ ਨੇ। ਵਾਹਿਗੁਰੂ ਜੀ, ਜਿਹੜਾ ਅੱਜ ਦਾ ਸਮਾਂ ਹੈ ਉਹ ਸਮਾਂ ਕੈਸਾ ਸਮਾਂ ਹੈ। ਅੱਜ ਤੋਂ 40 ਸਾਲ ਪਹਿਲਾਂ ਕੋਈ ਚਿੱਠੀ ਆਉਂਦੀ ਹੁੰਦੀ ਸੀ ਤੇ ਅਸੀਂ ਉਸ ਚਿੱਠੀ ਨੂੰ ਪਿੰਡ ਦੇ ਵਿੱਚੋਂ ਕੋਈ ਪੜ੍ਹਿਆ ਲਿਖਿਆ ਬੰਦਾ ਹੁੰਦਾ ਸੀ ਨਾ, ਉਸ ਨੂੰ ਪੜ੍ਹਾਉਂਦੇ ਹੁੰਦੇ ਸਾਂ ਕਿ ਕੋਈ ਸਾਡੀ ਚਿੱਠੀ ਪੜ੍ਹ ਦੇਵੇ। ਤੇ ਸਾਰੇ ਪਿੰਡ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਬੰਦਾ ਹੁੰਦਾ ਸੀ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ, ਜਿਹੜਾ ਚਿੱਠੀ ਪੜ੍ਹ ਦਿੰਦਾ ਸੀ। ਤੇ ਅੱਜ ਅਸੀਂ ਸਾਰੇ ਪੜ੍ਹ ਲਿਖ ਗਏ ਹਾਂ। ਪੜ੍ਹਨ ਦਾ ਇੱਕ ਮਨੋਰਥ ਹੁੰਦਾ ਹੈ। ਮਨੋਰਥ ਕੀ ਹੁੰਦਾ ਹੈ? ਪੜ੍ਹਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੀ ਮੱਤ ਉੱਚੀ ਹੋ ਜਾਵੇ। ਇਸੇ ਕਰਕੇ ਅਸੀਂ ਪੜ੍ਹਦੇ ਹਾਂ ਨਾ, ਕਿ ਸਾਡੀ ਸੋਚ ਉੱਚੀ ਹੋ ਜਾਵੇ, ਸਾਡੀ ਮੱਤ ਉੱਚੀ ਹੋ ਜਾਵੇ। ਅੱਜ ਤੋਂ 40 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਨਹੀਂ ਸੀ। ਅੱਜ ਤਕਰੀਬਨ ਹਰ ਘਰ ਦੇ ਪੜ੍ਹੇ ਲਿਖੇ ਹੋਏ ਨੇ। ਪਰਿਵਾਰ ਦੇ ਵਿੱਚ ਜੇ 4 ਜੀ ਨੇ, 4 ਦੇ ਵਿੱਚੋਂ 3 ਤੇ ਪੜ੍ਹੇ ਲਿਖੇ ਨੇ ਨਾ। ਪਰ ਅੱਜ ਮਾਹੌਲ ਦੇਖ ਲਓ, ਭਰਾ ਭਰਾ ਦੀ ਨਹੀਂ ਬਣਦੀ, ਭੈਣ ਭਰਾ ਦੀ ਨਹੀਂ ਬਣਦੀ, ਨੌ ਸੱਸ ਦੀ ਨਹੀਂ ਬਣਦੀ, ਪੁੱਤਰ ਤੇ ਬਾਪ ਦੀ ਨਹੀਂ ਬਣਦੀ। ਵੈਸੇ ਅਸੀਂ ਕਹਿਣ ਨੂੰ ਆਇਆ, ਮੈਂ ਪੋਸਟ ਗ੍ਰੈਜੂਏਟ, ਮੈਂ ਐਮਏ ਪੜ੍ਹਿਆ ਹੋਇਆ, ਮੈਂ PhD ਕੀਤੀ ਹੋਈ ਹੈ। ਮੱਤ ਬੜੀ ਉੱਚੀ ਚਲੀ ਗਈ ਹੈ। ਰਿਸ਼ਤਿਆਂ ਦੀ ਕਦਰ ਕੀਮਤ ਦਾ ਪਤਾ ਹੀ ਕੋਈ ਨਹੀਂ, ਪਤਾ ਹੀ ਨਹੀਂ ਹੈ। ਸਾਡੇ ਨਾਲੋਂ ਉਹ ਅਨਪੜ੍ਹ ਬੰਦੇ ਚੰਗੇ ਸਨ। ਉਹਨਾਂ ਤੋਂ ਪੁੱਛੋ ਰਿਸ਼ਤੇਦਾਰੀ ਜਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਸੀ। ਉਹਨਾਂ ਨੂੰ ਜਾ ਕੇ ਪੁੱਛੋ ਕਿ ਰਿਸ਼ਤਿਆਂ ਦੀ ਅਹਿਮੀਅਤ ਕੀ ਸੀ। ਅਗਲੇ ਪਿੰਡ ਦੀ ਧੀ ਨੂੰ ਧੀ ਸਮਝਦੇ ਸਨ ਆਪਣੀ। ਐਡਾ ਤਕੜਾ ਉਹਨਾਂ ਨੇ ਰਿਸ਼ਤੇਦਾਰੀ ਦੇ ਵਿੱਚ ਉਹ ਮਾਮਲਾ ਜਿਹੜਾ ਸੀ ਨਿਪਟਾਇਆ ਕਿ ਇਹ ਨਹੀਂ ਕਿ ਪਿੰਡ ਦੀ ਧੀ ਨੂੰ ਆਪਣੀ ਧੀ ਸਮਝਦੇ ਸਨ। ਪੜ੍ਹੇ ਲਿਖੇ ਨਹੀਂ ਸਨ, ਅਸੀਂ ਪੜ੍ਹ ਲਿਖ ਕੇ ਆ ਤੇ ਮਾਹੌਲ ਐਡਾ ਖਰਾਬ ਹੈ। ਵਾਹਿਗੁਰੂ ਜੀ, ਲੋ ਨਾ ਕੰਨਾਂ ਨੂੰ ਹੱਥ ਲਾ ਕੇ ਕਹਿਣਾ ਕਿ ਵਾਹਿਗੁਰੂ ਜੀ, ਮੈਂ ਪਹਿਲਾਂ ਬੇਨਤੀ ਕੀਤੀ, ਮੈਂ ਕਿ ਬੋਲਣਾ ਨਹੀਂ ਚਾਹੁੰਦਾ, ਪਰ ਮੈਂ ਕੀ ਕਰਾਂ। ਅੱਜ ਸਾਡੇ ਸਮਾਜ ਦਾ ਜਲੂਸ ਨਿਕਲਿਆ ਪਿਆ ਹੈ। ਸਮਝ ਨਹੀਂ ਹੈ, ਸਾਨੂੰ ਸਮਝ ਨਹੀਂ ਹੈ, ਅਕਲ ਨਹੀਂ ਹੈ। ਰਿਸ਼ਤਿਆਂ ਦੀ ਕਦਰੋਂ ਕੀਮਤ ਕਰਨੀ ਅਸੀਂ ਭੁੱਲ ਗਏ ਹਾਂ। ਪੜ੍ਹ ਲਿਖ ਬਹੁਤ ਗਏ ਆ। ਕਿਉਂ? ਅਸੀਂ ਗੁਰੂ ਨੂੰ ਛੱਡ ਦਿੱਤਾ। ਸਮਝ ਨਹੀਂ ਹੈ ਸਾਡੇ ਅੰਦਰ। ਅੱਜ ਤੁਸੀਂ ਦੇਖੋ, ਬਹੁਤਾਤ ਦੇ ਅੰਦਰ ਅੱਜ ਦੇ ਸਮੇਂ ਦੇ ਉੱਤੇ ਲਵ ਮੈਰਿਜ ਹੋ ਰਹੀ ਹੈ। ਲਵ ਮੈਰਿਜ ਹੋ ਰਹੀ ਹੈ, ਪਰ ਉਸ ਤੋਂ ਬਾਅਦ ਇੱਕ ਦੂਜੇ ਦੀ ਬਣਦੀ ਨਹੀਂ। ਇੱਕ ਦੂਜੇ ਦੀ ਬਣਦੀ ਨਹੀਂ। ਦੋਨੇ ਪੜ੍ਹੇ ਲਿਖੇ ਨੇ ਪਰ ਫਿਰ ਵੀ ਨਹੀਂ ਬਣਦੀ। ਮੱਤ ਉੱਚੀ ਹੋ ਗਈ ਹੈ। ਪੜ੍ਹਨ ਦਾ ਮਤਲਬ ਸੀ ਗਿਆਨ ਆ ਜਾਣਾ। ਗਿਆਨ ਦਾ ਮਤਲਬ ਸੀ ਕਿ ਬੰਦੇ ਨੂੰ ਪਤਾ ਹੈ ਕਿ ਮੇਰਾ ਜੀਵਨ ਕੈਸਾ ਹੈ। ਪਰ ਨਹੀਂ, ਗਿਆਨ ਆ ਗਿਆ ਪਰ ਕਲੇਸ਼ ਨਹੀਂ ਗਿਆ, ਸਮਝ ਨਹੀਂ ਵਧੀ। ਗੁਰੂ ਸਾਹਿਬ ਜੀ ਦੇ ਬਾਣੀ ਦੇ ਅੰਦਰ ਸਾਹਿਬ ਸੱਚੇ ਸਤਿਗੁਰੂ ਜੀ ਨੇ ਤਾਕੀਦ ਕੀਤੀ ਸਾਨੂੰ। ਮਹਾਰਾਜ ਕਹਿੰਦੇ ਨੇ, ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਮਾਨੋ ਸ਼ਾਦੀ ਹੋ ਗਈ ਤੇ ਇਸਤਰੀ ਪੁਰਖ ਇਕੱਠੇ ਹੋ ਕੇ ਬੈਠ ਗਏ। ਕੋਈ ਦੇਖੇਗਾ ਤੇ ਇਹ ਆਖੇਗਾ ਨਾ ਪਤੀ ਪਤਨੀ ਨੇ, ਸਪਾਊਸ ਨੇ, ਜੋੜਾ ਨੇ। ਨਹੀਂ, ਗੁਰੂ ਸਾਹਿਬ ਜੀ ਨਹੀਂ ਮੰਨਦੇ। ਮਹਾਰਾਜ ਕਹਿੰਦੇ ਨੇ ਇਹ ਪਤੀ ਪਤਨੀ ਆਈ ਨੇ। ਮਹਾਰਾਜ ਕਹਿੰਦੇ ਨੇ, ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਏਕ ਜੋਤ ਦੋਏ ਮੂਰਤੀ ਧਨ ਪਿਰ ਕਈਆਂ ਸੋਏ। ਜਿਨ੍ਹਾਂ ਦੀ ਸੋਚ ਇੱਕ ਹੋ ਗਈ ਹੈ ਨਾ, ਉਹ ਅਸਲ ਦੇ ਵਿੱਚ ਪਤੀ ਪਤਨੀ ਨੇ। ਤੇ ਜੇ ਪਤੀ ਦੇ ਗਿਆ ਭਾਂਡੇ ਹੀ ਖੜਕਣੇ ਨੇ, ਉਹ ਫਿਰ ਪਤੀ ਪਤਨੀ ਨਹੀਂ ਹੋ ਸਕਦੇ। ਗੁਰੂ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਬਾਬਾ ਕਬੀਰ ਸਾਹਿਬ ਜੀ ਦੇ ਕੋਲ ਇੱਕ ਸ਼ਖਸ ਆਇਆ। ਉਹ ਕਬੀਰ ਸਾਹਿਬ ਜੀ ਨੂੰ ਆਖਦਾ ਹੈ ਕਿ ਕਬੀਰ ਸਾਹਿਬ,
ਸਾਨੂੰ ਇਹ ਦੱਸੋ ਵਿਆਹ ਕਰਾਉਣਾ ਚਾਹੀਦਾ ਹੈ ਕਿ ਨਹੀਂ ਕਰਾਉਣਾ ਚਾਹੀਦਾ? ਭਾਵ ਸ਼ਾਦੀ ਕਰਾਉਣੀ ਚਾਹੀਦੀ ਹੈ ਕਿ ਨਹੀਂ ਕਰਾਉਣੀ ਚਾਹੀਦੀ? ਕਬੀਰ ਸਾਹਿਬ ਕਹਿੰਦੇ ਨੇ ਤੂੰ ਕੱਲ ਆਈ 12 ਵਜੇ। ਕਿੰਨੇ ਵਜੇ? 12 ਵਜੇ। ਤਾਂ ਮੈਂ ਤੈਨੂੰ ਦੱਸਾਂਗਾ ਕਿ ਸ਼ਾਦੀ ਕਰਾਉਣੀ ਚਾਹੀਦੀ ਹੈ ਕਿ ਨਹੀਂ ਕਰਾਉਣੀ ਚਾਹੀਦੀ। ਉਧਰੋਂ ਨੇ ਦੇਖਿਆ ਕਿ 12 ਵੱਜ ਗਏ ਨੇ। ਕਬੀਰ ਸਾਹਿਬ ਜੀ ਦੇ ਕੋਲ ਪੁੱਛੀਏ, ਜਵਾਬ ਲੈ ਲਈਏ। ਤੇ ਉਹ ਕਬੀਰ ਸਾਹਿਬ ਜੀ ਦੇ ਕੋਲ ਗਿਆ। ਉਹ ਦੇਖ ਕੇ ਹੈਰਾਨ ਕਿ ਕਬੀਰ ਸਾਹਿਬ ਤੇ ਉਹਨਾਂ ਦੀ ਘਰਵਾਲੀ ਸ਼ਿਖਰ ਦੁਪਹਿਰੇ ਉਹਨਾਂ ਨੇ ਹੱਥ ਦੇ ਉੱਤੇ ਜਿਹੜਾ ਹੈ ਦੀਵਾ ਬਾਲਿਆ ਹੋਇਆ ਹੈ ਤੇ ਕਬੀਰ ਸਾਹਿਬ ਧਰਤੀ ਦੇ ਵਿੱਚੋਂ ਕੁਝ ਲੱਭ ਰਹੇ ਨੇ। ਉਹਨਾਂ ਨੇ ਜਾ ਕੇ ਪੁੱਛਿਆ ਕਬੀਰ ਸਾਹਿਬ ਕਿ ਮੈਂ ਤੇ ਕੁਝ ਸਵਾਲ ਪੁੱਛਣ ਆਇਆ ਸੀ, ਤੁਸੀਂ ਇੱਥੋਂ ਕੀ ਲੱਭ ਰਹੇ ਹੋ? ਕਹਿੰਦੇ ਮੈਂ ਆਪਣੀ ਸੂਈ ਲੱਭ ਰਿਹਾ। ਕਹਿੰਦੇ ਸੂਈ ਤੇ ਲੱਭ ਰਹੇ ਹੋ, ਦੀਵਾ ਬਾਲਣ ਦੀ ਕੀ ਲੋੜ ਹੈ? ਕਹਿੰਦੇ ਨੇ ਸਿਰਫ ਦੱਸਣ ਦੇ ਲਈ, ਦੱਸਣ ਦੇ ਲਈ। ਜੇ ਘਰ ਵਾਲੀ ਇਦਾਂ ਦੀ ਮਿਲੇ ਤੇ ਵਿਆਹ ਕਰਾ ਲਈ, ਤੇ ਜੇ ਨਾ ਮਿਲੇ ਫਿਰ ਨਾ ਵਿਆਹ ਕਰਾਈ। ਘਰ ਵਾਲੀ ਦਾ ਮਤਲਬ ਕੀ ਹੈ? ਜੋ ਪਤੀ ਦੀ ਹਾਂ ਦੇ ਵਿੱਚ ਹਾਂ ਮਿਲਾਵੇ, ਉਹਦਾ ਨਾਮ ਘਰ ਵਾਲੀ ਹੈ। ਇਹ ਨਹੀਂ ਕਿ ਇੱਕ ਦਾ ਸੁਰ ਦੂਜੇ ਪਾਸੇ ਤੇ ਦੂਜੇ ਦਾ ਦੂਜੇ ਪਾਸੇ। ਕਹਿੰਦੇ ਨੇ ਇਦਾਂ ਸਿੱਟੋ ਜਲਾ ਫਿਰ ਕਦੀ ਨਾ ਵਿਆਹ ਕਰਾਵੀਂ। ਫਿਰ ਇਸ ਗ੍ਰਸਤ ਦੇ ਨਾਲੋਂ ਸੰਨਿਆਸ ਚੰਗਾ ਹੈ। ਮਹਾਰਾਜ ਕਹਿੰਦੇ ਨੇ ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਹਾਲਾਂਕਿ ਕਬੀਰ ਸਾਹਿਬ ਜੀ ਦੇ ਘਰ ਵਾਲੀ ਜਵਾਬ ਦੇ ਸਕਦੀ ਸੀ ਕਿ ਸ਼ਿਖਰ ਦੁਪਹਿਰਾ ਹੈ, ਦੱਸੋ ਕਿ ਲੋਹ ਦੀ ਕੋਈ ਕਮੀ ਹੈ ਜਿਹੜੀ ਮੈਂ ਦੀਵਾ ਬਾਲ ਕੇ ਬਾਹਰ ਤੁਹਾਡੇ ਕੋਲੇ ਖੜਾ? ਪਰ ਉਹਨੇ ਆਖਿਆ ਨਹੀਂ, ਮੇਰੇ ਪਤੀ ਦਾ ਹੁਕਮ ਹੈ, ਪਤੀ ਦਾ ਹੁਕਮ ਹੈ। ਤੇ ਜਿਹੜਾ ਪਤੀ ਦਾ ਹੁਕਮ ਹੈ ਉਹ ਸਿਰ ਮੱਥੇ ਪ੍ਰਵਾਨ ਹੈ। ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਪੰਥ ਨਿਹਾਰੇ ਕਾਮਨੀ। ਅਸੀਂ ਕਿਵੇਂ ਪ੍ਰਵਾਨ ਪਵਾਂਗੇ ਮਾਲਕ ਦੇ ਘਰ ਅੰਦਰ? ਸਾਹਿਬ ਕਹਿੰਦੇ ਨੇ ਤੂੰ ਪਰਮਾਤਮਾ ਦਾ ਹੁਕਮ ਮੰਨ ਲੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਬਸ ਤੂੰ ਹੁਕਮ ਮੰਨ ਲੈ। ਉਹ ਹੁਕਮ ਕੀ ਸੀ? ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜੋ। ਮਹਾਰਾਜ ਕਹਿੰਦੇ ਨੇ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ, ਜਿਤ ਵਸ ਆਵੇ ਕੰਤ। ਫਰੀਦ ਸਾਹਿਬ ਕਹਿੰਦੇ ਨੇ ਕਿ ਭੈਣ ਮੇਰੀਏ, ਮੈਂ ਮੂੰਹ ਦੇ ਵਿੱਚੋਂ ਕਿਹੜੇ ਅੱਖਰ ਬੋਲਾਂ, ਮੈਂ ਕਿਹੜੇ ਮੰਤਰਾਂ ਦਾ ਜਾਪ ਜਪਾਂ, ਮੈਂ ਕਿਹੜਾ ਵੇਸ ਆਪਣੇ ਤਨ ਦੇ ਉੱਤੇ ਧਾਰਨ ਕਰ ਲਵਾਂ ਜਿਹਦੇ ਨਾਲ ਮੇਰਾ ਪਤੀ ਹੋ ਜਾਵੇ, ਮੇਰਾ ਪਤੀ ਮੇਰੀ ਮੁੱਠੀ ਦੇ ਵਿੱਚ ਹੋ ਜਾਵੇ। ਤੇ ਫਰੀਦ ਸਾਹਿਬ ਅੱਗੇ ਜਵਾਬ ਦਿੰਦੇ ਨੇ। ਫਰੀਦ ਸਾਹਿਬ ਕਹਿੰਦੇ ਨੇ ਨਿਮਣ ਸੋ ਅੱਖਰ, ਸਭ ਤੋਂ ਪਹਿਲਾਂ ਝੁਕ ਜਾਵੀਂ, ਝੁਕ ਜਾਵੀਂ। ਦੂਜੀ ਗੱਲ, ਕਦੀ ਵੀ ਆਪਣੇ ਪਤੀ ਦੇ ਅੱਗੇ ਕਰੋਸ ਸਵਾਲ ਨਾ ਕਰੀ, ਸਵਾਲ ਨਾ ਕਰੀ। ਨਿਮਣ ਸੋ ਅੱਖਰ ਖਵਣ ਗੁਣ, ਝੁਕ ਜਾਵੀਂ, ਅੱਗੇ ਸਵਾਲ ਨਾ ਕਰੀ। ਜਿਹੜੀ ਚੀਜ਼ ਨਹੀਂ ਬਰਦਾਸ਼ਤ ਹੋਣ ਵਾਲੀ ਉਹ ਵੀ ਬਰਦਾਸ਼ਤ ਕਰ ਜਾਵੀਂ। ਜੇਵਾ ਮਣੀਆਂ ਮੰਤ, ਹਰ ਵਕਤ ਹਰ ਸਮੇਂ ਤੂੰ ਆਪਣੇ ਪਤੀ ਦੀ ਵਡਿਆਈ ਕਰਦੀ ਰਵੇਂ, ਵਡਿਆਈ ਕਰਦੀ ਰਵੇਂ। ਇਹ ਤਰੇ ਭੈਣੇ ਵੇਸ ਕਰ, ਹੇ ਮੇਰੀਏ ਭੈਣੇ ਇਹ ਵੇਸ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਰ ਲੈ, ਤਾਂ ਵਸ ਆਵੇ ਕੰਤ। ਮਾਲਕ ਪ੍ਰਭੂ ਪਰਮਾਤਮਾ ਤੇਰੇ ਵਸ ਦੇ ਵਿੱਚ ਆ ਜਾਵੇਗਾ। ਜਿਹਵਾ ਗੋਬਿੰਦ ਗੁਣ ਭਜੋ, ਇਹ ਜ਼ੁਬਾਨ ਦੇ ਨਾਲ ਸਾਡਾ ਪਤੀ ਕੌਣ ਹੈ? ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਜਿਹਵਾ ਗੋਬਿੰਦ ਗੁਣ ਭਜੋ, ਕਰਨ ਸੁਣੋ ਹਰ ਨਾਮ। ਇਹਨਾਂ ਕੰਨਾਂ ਦੇ ਨਾਲ ਹਰੀ ਦੇ ਨਾਮ ਨੂੰ ਸੁਣਨਾ, ਉਹਦੀ ਉਸਤਤ ਨੂੰ ਸੁਣਨਾ, ਉਹਦੀ ਵਡਿਆਈ ਨੂੰ ਸੁਣਨਾ। ਸਾਹਿਬ ਕਹਿੰਦੇ ਨੇ ਆ ਕਰਮ ਕਰ ਰਸਨਾ ਗੁਣ ਗੋਪਾਲ ਨਿੱਧ ਗਾਇਣ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੋ ਧਰਤੀ ਦੇ ਪਾਲਕ ਨੇ। ਗੋਪਾਲ ਦੇ ਅਰਥ ਕੀ ਨੇ? ਗੋ ਦੇ ਅਰਥ ਨੇ ਧਰਤੀ, ਪਾ ਦੇ ਅਰਥ ਨੇ ਪਾਲਕ। ਗੋਪਾਲ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮਹਾਰਾਜ ਕਹਿੰਦੇ ਨੇ ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ।
ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਤਾਮ। ਗੁਰੂ ਸਾਹਿਬ ਕਹਿੰਦੇ ਨੇ ਆਪਣੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਖਤਿਆਰ ਕਰ। ਪੰਥ ਨਿਹਾਰੇ ਕੰਮ ਨੀ, ਲੋਚਰ ਭਰੀ ਲੈ ਉਹ ਸਾਸਾ, ਔਰ ਨਾ ਭੀਜੈ ਪੱਗ ਨਾ ਕੀਸੈ, ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗੰਕਾਰੇ, ਵੇਗ ਮਿਲੀਜੈ ਆਪਣੇ ਰਾਮ ਪਿਆਰੇ। ਸਾਹਿਬ ਕਹਿੰਦੇ ਨੇ ਹੋਮੇ ਜਾਈ ਤਾਂ ਕੰਤ ਸਬਾਈ। ਜਦੋਂ ਝੁਕੇਂਗੀ ਨਾ ਹੋਮੇ ਆਪਣੇ ਆਪ ਹੀ ਚਲੀ ਜਾਵੇਗੀ। ਜਿਵੇਂ ਕਿਸੇ ਦੇ ਮਨੁੱਖ ਦੇ ਸਿਰ ਦੇ ਉੱਤੇ ਪੱਠੀਆਂ ਦੀ ਪੰਡ ਪਕੜੀ ਹੋਵੇ, ਸਿਰ ਦੇ ਉੱਤੇ ਭਾਰ ਚੁੱਕਿਆ ਹੋਵੇ, ਪਰ ਜਦੋਂ ਹੀ ਉਹ ਝੁਕਦਾ ਗਿਆ ਪੰਡ ਆਪਣੇ ਆਪ ਹੀ ਡਿੱਗ ਜਾਂਦੀ ਹੈ। ਇਸੇ ਹੀ ਤਰ੍ਹਾਂ ਤੂੰ ਗੁਰੂ ਦੇ ਅੱਗੇ ਝੁਕ ਜਾਵੀਂ। ਜਦੋਂ ਤੂੰ ਗੁਰੂ ਦੇ ਅੱਗੇ ਝੁਕ ਗਈ, ਗੁਰੂ ਦੇ ਉੱਤੇ ਕੋਈ ਸਵਾਲ ਨਹੀਂ ਕੀਤਾ, ਗੁਰੂ ਦੇ ਹਰ ਹੁਕਮਾਂ ਨੂੰ ਪ੍ਰਵਾਨ ਕਰ ਲਿਆ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ, ਤਾਂ ਪਰਮਾਤਮਾ ਦਾ ਮਹਿਲ ਮਿਲੇਗਾ, ਤਾਂ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਮਿਲਣਗੀਆਂ। ਇੱਥੇ ਝੁਕਣਾ ਪੈਣਾ, ਝੁਕਣਾ ਪੈਣਾ। ਸਾਹਿਬ ਕਹਿੰਦੇ ਨੇ ਫਿਰ ਕਿਰਪਾ ਹੋਵੇ, ਫਿਰ ਰਹਿਮਤਾਂ ਹੋਣਗੀਆਂ। ਕਉ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ। ਜ਼ਿੰਦਗੀ ਤੇ ਹੈ, ਸਾਨੂੰ ਜ਼ਿੰਦਗੀ ਤੇ ਜਿਉਣ ਦਾ ਢੰਗ ਨਹੀਂ ਹੈ। ਸ਼ਾਇਦ ਇਸੇ ਕਰਕੇ ਅੱਜ ਹਰ ਬੰਦੇ ਦੇ ਕੋਲ ਸਭ ਕੁਝ ਹੈ, ਪਰ ਫਿਰ ਵੀ ਉਹਦੇ ਮਨ ਅੰਦਰ ਬੇਚੈਨੀ ਹੈ। ਦੂਜੇ ਪਾਸੇ ਬੰਦਗੀ ਕਰਨ ਵਾਲਿਆਂ ਦੇ ਕੋਲ ਕੁਝ ਵੀ ਨਹੀਂ। ਭੱਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਜਿਸ ਝੁੱਗੀ ਦੇ ਵਿੱਚ ਬੈਠ ਕੇ ਹਰੀ ਦੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਕਿਤੇ ਹੀ ਕਿਸੇ ਵੀ ਕੰਮ ਨਹੀਂ। ਉਹ ਪਹਾੜ ਜਿੱਡਾ ਉੱਚਾ ਮਕਾਨ ਜਿੱਥੇ ਹਰੀ ਵਿਸਰ ਜਾਵੇ, ਪਰਮਾਤਮਾ ਵਿਸਰ ਜਾਵੇ। ਗੁਰੂ ਸਾਹਿਬ ਸੱਚੇ ਸਤਿਗੁਰੂ ਸਾਨੂੰ ਕਹਿੰਦੇ ਨੇ ਪਿਆਰਿਆ, ਨਿਵੇਂ ਸੋ ਗੋਰਾ ਹੋਏ, ਝੁਕ ਜਾ। ਝੁਕਣ ਵਾਲਾ ਪਾਸਾ ਹੀ ਭਾਰਾ ਹੁੰਦਾ ਹੈ, ਬਖਸ਼ਿਸ਼ਾਂ ਹੋਣਗੀਆਂ ਝੁਕਣ ਦੇ ਨਾਲ। ਆਓ ਗੁਰੂ ਸਵਾਰਿਓ ਅਰਦਾਸ ਕਰੀਏ, ਕਿਉਂਕਿ ਜਿਹੜੇ ਦਿਨ ਨੇ ਨਾ, ਉਹ ਭਾਵੇਂ ਚੰਗੇ ਹੋਣ ਮਾੜੇ ਹੋਣ, ਇਹ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਝੁਕ ਕੇ ਰਹੋਗੇ, ਮਹਾਰਾਜ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦਿਓ, ਤੁਹਾਨੂੰ ਔਖੀ ਘੜੀ ਨਹੀਂ ਦੇਖਣ ਦੇਣਗੇ। ਸਾਹਿਬ ਸੱਚੇ ਸਤਿਗੁਰੂ ਸਾਡੇ ਸਰਬਤ ਦੀ ਹਾਜ਼ਰੀ ਆਪਣੇ ਘਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਨ। ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਈਏ, ਤਾਂ ਜੋ ਸਾਡਾ ਲੋਕ ਤੇ ਪਰਲੋਕ ਦੋਨੇ ਸੁਹੇਲੇ ਉਜਾਮਣ। ਸਾਹਿਬ ਜੀ ਦੇ ਘਰ ਦੀਆਂ ਅਮੋਲਕ ਵਿਚਾਰਾਂ ਕਰਦਿਆਂ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਸੀਸ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।